Good morning, dear students. Welcome to today's slide by Department of School Education, Class 12th, Part 2, Pressy Writing. In Part 1, we discussed what is pressy writing and what are the benefits of pressy writing. Today, we'll discuss the guidelines or essential points of a good pressy. ਪੇਪਰ 'ਚ ਤੁਹਾਨੂੰ ਇੱਕ ਬਹੁਤ ਹੀ ਵਧੀਆ ਕੁਐਸਚਨ ਆਉਂਦਾ ਹੈ ਪ੍ਰੈਸੀ ਰਾਈਟਿੰਗ, ਜੋ ਕਿ 5 ਨੰਬਰ ਦਾ ਆਉਂਦਾ ਹੈ। 5 ਨੰਬਰ ਬੜੇ ਆਰਾਮ ਨਾਲ ਸਕੋਰ ਕੀਤੇ ਜਾ ਸਕਦੇ ਹਨ, ਕਿਉਂਕਿ ਜੇ ਤੁਸੀਂ ਉਸ ਪ੍ਰੈਸੀ ਨੂੰ ਵਧੀਆ 1/3 ਰੂਪ ਦੇ ਵਿੱਚ ਛੋਟਾ ਕਰ ਦਿੱਤਾ ਹੈ ਅਤੇ ਉਸ ਦਾ ਟਾਈਟਲ ਦੇ ਦਿੱਤਾ ਹੈ ਤਾਂ ਤੁਹਾਨੂੰ 5 ਵਿੱਚੋਂ 5 ਨੰਬਰ ਵੀ ਮਿਲ ਸਕਦੇ ਹਨ। ਇਹ ਸਲਾਈਡ ਕੱਲ੍ਹ ਦੀ ਸਲਾਈਡ ਦੀ ਕੰਟੀਨਿਊਏਸ਼ਨ ਦੇ ਵਿੱਚ ਹੈ। ਪਾਰਟ 1 ਦੀ ਸਲਾਈਡ 'ਚ ਕੱਲ੍ਹ ਤੁਹਾਨੂੰ ਮੈਂ ਦੱਸਿਆ ਸੀ ਕਿ ਪ੍ਰੈਸੀ ਰਾਈਟਿੰਗ ਹੁੰਦੀ ਕੀ ਹੈ। ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਪ੍ਰੈਸੀ ਰਾਈਟਿੰਗ ਲਈ ਇੰਪੋਰਟੈਂਟ ਗਾਈਡਲਾਈਨਸ ਕੀ ਭੇਜੀਆਂ ਗਈਆਂ ਹਨ ਅਤੇ ਖਾਸ ਕੀ ਪੁਆਇੰਟ ਹਨ ਜੋ ਤੁਸੀਂ ਆਪਣੇ ਦਿਮਾਗ 'ਚ ਰੱਖਣੇ ਹਨ। ਨੰਬਰ 1, ਫਸਟ ਰੀਡ ਦ ਪੈਸੇਜ ਕੇਅਰਫੁਲੀ। ਸੋ ਸਭ ਤੋਂ ਪਹਿਲਾਂ ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀ, ਇਹ ਸਭ ਤੋਂ ਪਹਿਲਾਂ ਬੜੇ ਆਰਾਮ ਨਾਲ ਪੈਰਾ ਪੜ੍ਹੋ। ਤੁਹਾਨੂੰ ਪੈਰਾ ਪੜ੍ਹਦੇ ਸਾਰ ਹੀ ਸ਼ੁਰੂ ਵਾਲੀਆਂ 2-3 ਲਾਈਨਸ 'ਚ ਹੀ ਪਤਾ ਲੱਗ ਜਾਊਗਾ ਕਿ ਟੌਪਿਕ ਕੀ ਹੈ, ਵਿਸ਼ਾ ਕੀ ਹੈ। ਅੰਡਰਲਾਈਨ ਔਰ ਹਾਈਲਾਈਟ ਦ ਮੇਨ ਆਈਡੀਆਜ਼, ਸੈਂਟਰਲ ਆਈਡੀਆ ਆਫ ਦ ਪੈਸੇਜ। ਇੱਥੇ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਪੇਪਰ ਦੇ ਵਿੱਚ ਇੰਪੋਰਟੈਂਟ ਪੁਆਇੰਟ ਅੰਡਰਲਾਈਨ ਕਰਦੇ ਹੋ, ਸਿਰਫ ਪੈਨਸਿਲ ਯੂਜ਼ ਕਰੋ, ਪੈਨ ਨਹੀਂ ਯੂਜ਼ ਕਰਨਾ, ਕਿਉਂਕਿ ਕੁਐਸਚਨ ਪੇਪਰ 'ਤੇ ਲਿਖਣਾ ਅਲਾਉਡ ਨਹੀਂ ਹੁੰਦਾ। ਸੋ ਅਗਰ ਤੁਸੀਂ ਪੈਨਸਿਲ ਨਾਲ ਅੰਡਰਲਾਈਨ ਕਰਦੇ ਹੋ, ਉਸ ਤੋਂ ਬਾਅਦ ਜਦੋਂ ਕੁਐਸਚਨ ਤੁਹਾਡਾ ਪੂਰਾ ਹੋ ਗਿਆ ਉਸ ਨੂੰ ਇਰੇਜ਼ ਕਰਨਾ ਭੁੱਲਣਾ ਨਹੀਂ। ਨੈਕਸਟ, ਕੰਪਰੈਸ ਦ ਆਈਡੀਆਜ਼ ਇਨ ਬਰੀਫ ਫਾਰਮ ਵਾਈਲ ਰਿਟੇਨਿੰਗ ਦ ਇੰਪੋਰਟੈਂਟ ਡੀਟੇਲਸ। ਇੱਥੇ ਵੀ ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ ਪੈਨਸਿਲ ਨਾਲ ਹੀ ਇੱਕ ਵਾਰੀ ਉਹਨਾਂ ਸਾਰੇ ਵਿਚਾਰਾਂ ਨੂੰ ਆਪਣੀ ਆਨਸਰ ਸ਼ੀਟ 'ਤੇ ਲਿਖ ਲਓ। ਆਈਡੈਂਟੀਫਾਈ ਦ ਸੈਂਟਰਲ ਆਈਡੀਆ। ਹੁਣ ਤੁਸੀਂ ਜੋ ਰਫ ਡਰਾਫਟ ਬਣਾਇਆ ਉਸ ਨੂੰ ਸੈਂਟਰਲ ਆਈਡੀਆ ਨਾਲ ਕੰਪੇਅਰ ਕਰਕੇ ਦੇਖੋ ਕਿ ਕੀ ਇਹ ਬਿਲਕੁਲ ਮਿਲ ਰਿਹਾ, ਪੂਰਾ ਨਿਚੋੜ ਬਣ ਰਿਹਾ ਇਸ ਪੈਰਾਗ੍ਰਾਫ ਦਾ। ਦੈਨ ਪ੍ਰਿਪੇਅਰ ਅ ਡਰਾਫਟ। ਫਿਰ ਦੁਬਾਰਾ ਆਪਣਾ ਡਰਾਫਟ ਚੈੱਕ ਕਰੋ, ਜੇ ਉਸ 'ਚ ਕੁਝ ਬਦਲਣ ਵਾਲਾ ਹੈ ਜਾਂ ਕੁਝ ਡਿਲੀਟ ਕਰਨ ਵਾਲਾ ਹੈ ਜਾਂ ਕੁਝ ਐਡ ਕਰਨ ਵਾਲਾ ਹੈ ਤਾਂ ਕਰ ਲਓ। ਇਟ ਸ਼ੁੱਡ ਬੀ ਇਨ ਯੋਰ ਓਨ ਵਰਡਸ। ਸੋ ਇਹ ਤਰੀਕਾ ਵੀ ਵਧੀਆ ਨਹੀਂ ਹੁੰਦਾ ਕਿ ਤੁਸੀਂ ਐਜ਼ ਇਟ ਇਜ਼ ਪ੍ਰੈਸੀ ਦੇ ਹੀ 4-6 ਲਾਈਨਾਂ ਲਿਖ ਦਿਓ ਉੱਥੇ ਵਾਪਸ। ਤਾਂ ਬੈਸਟ ਤਰੀਕਾ ਕੀ ਹੁੰਦਾ ਹੈ, ਅਗਰ 3-4 ਲਾਈਨਸ 'ਚ ਇੱਕੋ ਹੀ ਇਨਫੋਰਮੇਸ਼ਨ ਆ ਰਹੀ ਹੈ ਤਾਂ ਤੁਸੀਂ ਉਸ ਦੀ ਇੱਕ ਲਾਈਨ ਆਪਣੇ ਵੱਲੋਂ ਬਣਾ ਕੇ ਲਿਖ ਸਕਦੇ ਹੋ, ਲੇਕਿਨ ਉਸ ਦੇ ਵਿੱਚ ਵਿਚਾਰ ਤੁਹਾਡਾ ਨਹੀਂ ਹੋਏਗਾ, ਵਿਚਾਰ ਉਹੀ ਹੋਣਗੇ ਜੋ ਪੈਰਾਗ੍ਰਾਫ ਦੇ ਵਿੱਚ ਨੇ। ਗਿਵ ਅ ਸੈਕਿੰਡ ਰੀਡਿੰਗ ਟੂ ਇਨਸ਼ੋਰ ਦੈਟ ਯੂ ਡੋਂਟ ਮਿਸ ਐਨੀ ਇੰਪੋਰਟੈਂਟ ਲਿੰਕ। ਫਿਰ ਦੁਬਾਰਾ ਪੈਰੇ 'ਚੋਂ ਗੋ ਥਰੂ ਹੋਵੋ ਅਤੇ ਦੇਖੋ ਕਿ ਕੋਈ ਇੰਪੋਰਟੈਂਟ ਪੁਆਇੰਟ ਮੇਰੇ ਤੋਂ ਛੁੱਟ ਤਾਂ ਨਹੀਂ ਗਿਆ। ਇਸੇ ਲਈ ਤੁਹਾਨੂੰ ਕਿਹਾ ਸੀ ਕਿ ਪੈਨਸਿਲ ਨਾਲ ਲਿਖੋ। ਅਗਰ ਕੁਛ ਤੁਸੀਂ ਐਡ ਕਰਨਾ ਹੋਏਗਾ, ਕੁਛ ਤੁਸੀਂ ਉੱਥੇ ਪੈਨਸਿਲ ਨਾਲ ਲਿਖ ਸਕਦੇ ਹੋ, ਬਾਅਦ 'ਚੋਂ ਇਰੇਜ਼ ਕਰਦੇ ਕਰਦੇ ਉਸ ਨੂੰ ਪੈਨ ਨਾਲ ਫੇਅਰ ਕਰ ਦਿਓ। ਅਵੋਇਡ ਐਨੀ ਐਕਸਪਲੇਨੇਸ਼ਨ, ਐਗਜ਼ਾਮਪਲਸ, ਕੋਟੇਸ਼ਨਸ ਐਂਡ ਐਬਰੀਵੇਸ਼ਨਸ। ਕੱਲ੍ਹ ਤੁਹਾਨੂੰ ਦੱਸਿਆ ਸੀ ਕਿ ਇਸ ਪੈਰਾਗ੍ਰਾਫ ਨੂੰ ਅਸੀਂ 1/3 ਕਰ ਦੇਣਾ। ਤਿੱਗਣਾ ਛੋਟਾ ਕਰਨ ਲਈ ਤੁਸੀਂ ਕੀ ਕਰੋਗੇ, ਉਸ ਦੇ ਵਿੱਚ ਜਿੰਨੇ ਵੀ ਚੀਜ਼ਾਂ ਦੇ ਵਰਣਨ ਵਿਸਤਾਰ ਨਾਲ ਕੀਤੇ ਹੋਏ ਨੇ ਉਹਨੂੰ ਤੁਸੀਂ ਬਰੀਫ 'ਚ ਕਰ ਦਿਓ ਅਤੇ ਵਰਣਨ ਲਿਖਣ ਦੀ ਲੋੜ ਨਹੀਂ। ਉਦਾਹਰਨਾਂ ਅਗਰ ਦਿੱਤੀਆਂ ਹੋਈਆਂ ਨੇ ਵਿਅਕਤੀਆਂ ਦੀਆਂ, ਦੇਸ਼ਾਂ ਦੀਆਂ, ਚੀਜ਼ਾਂ ਦੀਆਂ, ਵਸਤੂਆਂ ਦੀਆਂ, ਸਥਾਨਾਂ ਦੀਆਂ, ਉਹ ਤੁਸੀਂ ਛੱਡ ਦਿਓ। ਕੋਟੇਸ਼ਨਸ ਮੀਨਸ ਫੋਰ ਐਗਜ਼ਾਮਪਲ ਪੈਰੇ ਦੇ ਵਿੱਚ ਅਬਦੁਲ ਕਲਾਮ ਜੀ ਦੀ ਕੋਈ ਵਰਡਿੰਗ ਲਿਖੀ ਹੋਈ ਹੈ ਤਾਂ ਤੁਸੀਂ ਉਸ ਵਰਡਿੰਗ ਨੂੰ ਆਪਣੀ ਪ੍ਰੈਸੀ ਦੇ ਵਿੱਚ ਸ਼ਾਮਿਲ ਨਹੀਂ ਕਰਨਾ। ਐਂਡ ਐਬਰੀਵੇਸ਼ਨਸ, ਅਗਰ ਬਹੁਤ ਸਾਰੀਆਂ ਸ਼ਾਰਟ ਫਾਰਮਸ ਯੂਜ਼ ਕੀਤੀਆਂ ਗਈਆਂ ਉਹ ਸਾਰੀਆਂ ਤੁਸੀਂ ਛੱਡ ਸਕਦੇ ਹੋ। ਇਟ ਮਸਟ ਬੀ ਰਿਟਨ ਇਨ ਇਨਡਾਇਰੈਕਟ ਫਾਰਮ ਆਫ ਸਪੀਚ ਐਂਡ ਇਟ ਸ਼ੁੱਡ ਬੀ ਇਨ 3rd person। ਜਿਵੇਂ ਕਿ ਕੱਲ੍ਹ ਦੱਸਿਆ ਸੀ, ਇਨਡਾਇਰੈਕਟ ਫਾਰਮ ਯੂਜ਼ ਕਰਨੀ ਹੈ। ਮੰਨ ਲਓ ਇੱਕ ਕੋਟੇਸ਼ਨ ਹੈ, ਅਬਦੁਲ ਕਲਾਮ ਜੀ ਨੇ ਲਿਖਿਆ ਹੈ, ਹਾਰਡ ਵਰਕ ਇਜ਼ ਦ ਓਨਲੀ ਸ਼ਾਰਟਕਟ ਟੂ ਸਕਸੈਸ। ਤਾਂ ਹੁਣ ਓਰੀਜਨਲ ਵਰਡਸ ਉਹਨਾਂ ਦੇ ਲਿਖਣ ਦੀ ਜ਼ਰੂਰਤ ਨਹੀਂ। ਓਰੀਜਨਲ ਵਰਡ ਦਾ ਮਤਲਬ ਜੋ ਤੁਸੀਂ ਕੋਮਾ, ਇਨਵਰਟਿਡ ਕੋਮਾ ਲਾ ਕੇ ਲਿਖਦੇ ਹੋ ਕਿਸੇ ਦੀ ਕੋਟੇਸ਼ਨ, ਤਾਂ ਤੁਸੀਂ ਸਿੰਪਲੀ ਕੀ ਲਿਖ ਸਕਦੇ ਹੋ, ਦੈਟ ਅਬਦੁਲ ਕਲਾਮ ਜੀ ਟੋਲਡ ਦੈਟ
ਹਾਰਡ ਵਰਕ ਇਜ਼ ਦ ਓਨਲੀ ਕੀ ਟੂ ਸਕਸੈਸ। ਓਕੇ, ਦੈਟ ਇਜ਼ ਦ ਓਨਲੀ ਸ਼ਾਰਟਕਟ। ਤਾਂ ਉਸ ਨੂੰ ਅਸੀਂ ਇਨਡਾਇਰੈਕਟ ਕਰਤਾ ਐਂਡ ਇਟ ਸ਼ੁੱਡ ਬੀ ਇਨ ਦ ਥਰਡ ਪਰਸਨ। ਸੋ ਆਈ, ਵੀ, ਯੂ, ਇਹ ਸਾਰੇ ਪ੍ਰੋਨਾਊਨਸ ਨੂੰ ਅਵੋਇਡ ਕਰੋ ਔਰ ਹੀ, ਸ਼ੀ, ਇਟ, ਦੇ ਪੈਸਿਵ ਫਾਰਮ ਜਾਂ ਥਰਡ ਪਰਸਨ ਯੂਜ਼ ਕਰਦੇ ਹੋਏ ਉਸਨੂੰ ਲਿਖੋ। Calculate the total number of the words and write presses in approximately 1/3 of the total words. Give a suitable title to the presses. ਸੋ ਬੱਚੇ ਕੱਲ੍ਹ ਤੁਹਾਨੂੰ ਦੱਸਿਆ ਵੀ ਸੀ ਕਿ ਕੈਲਕੂਲੇਟ ਤੁਸੀਂ ਕਿਵੇਂ ਕਰਨਾ ਹੈ। ਜਿੰਨੇ ਸ਼ਬਦ ਤੁਹਾਨੂੰ ਪ੍ਰੈਸੀ ਦੇ ਮਿਲੇ ਨੇ ਉਸ ਨੂੰ 3 ਨਾਲ ਵੰਡ ਕੇ ਜਿੰਨੇ ਸ਼ਬਦ ਬਚੇ ਤੁਸੀਂ ਉਨੇ ਲਿਖਣੇ ਹੁੰਦੇ ਆ। ਸੋ ਕੱਲ੍ਹ ਵਾਲੀ ਐਗਜ਼ਾਮਪਲ ਹੀ ਮੈਂ ਦੁਬਾਰਾ ਯੂਜ਼ ਕਰੂੰਗੀ। ਮੰਨ ਲਓ ਤੁਹਾਨੂੰ ਇੱਕ ਲਾਈਨ ਦੇ ਵਿੱਚ 9 ਸ਼ਬਦ ਮਿਲੇ ਨੇ। ਮੰਨ ਲਓ ਟੋਟਲ ਲਾਈਨਸ ਤੁਹਾਡੀ ਪ੍ਰੈਸੀ 'ਚ 10 ਹਨ, ਤਾਂ ਰਫਲੀ ਇਹ ਸ਼ਬਦ ਕਿੰਨੇ ਬਣ ਗਏ? 9 × 10 = 90, 90 ਸ਼ਬਦ ਬਣ ਗਏ। ਹੁਣ ਤੁਸੀਂ 90 ਨੂੰ 3 ਨਾਲ ਡਿਵਾਈਡ ਕੀਤਾ ਤਾਂ ਕਿੰਨਾ ਬਚਿਆ? 30 ਸ਼ਬਦ। ਸੋ ਅਗਰ ਤੁਹਾਨੂੰ ਇੱਕ ਪੈਰਾਗ੍ਰਾਫ 90 ਸ਼ਬਦਾਂ ਦਾ ਮਿਲਦਾ ਹੈ, ਤੁਸੀਂ ਉਸ 'ਚੋਂ 30 ਸ਼ਬਦਾਂ ਦੇ ਵਿੱਚ ਉਸ ਦਾ ਨਿਚੋੜ ਲਿਖਣਾ ਹੁੰਦਾ ਹੈ। ਇੱਕ ਲਾਸਟ ਇੰਪੋਰਟੈਂਟ ਪੁਆਇੰਟ ਬੇਟਾ ਭੁੱਲਣਾ ਨਹੀਂ ਹੈ, ਉਹ ਇਹ ਹੈ ਕਿ ਪ੍ਰੈਸੀ ਨੂੰ ਸਿਰਲੇਖ ਜ਼ਰੂਰ ਦੇਣਾ। ਅਗਰ ਤੁਸੀਂ ਟਾਈਟਲ ਨਹੀਂ ਦਿੰਦੇ ਹੋ ਤਾਂ ਤੁਹਾਡਾ ਘੱਟੋ ਘੱਟ 1.5 ਜਾਂ 2 ਨੰਬਰ ਘੱਟਦੇ ਆ, ਕਿਉਂਕਿ ਓਵਰਆਲ ਇੰਪਰੈਸ਼ਨ ਵੀ ਘੱਟ ਜਾਂਦਾ ਹੈ ਔਰ 1.5 ਨੰਬਰ ਤਾਂ ਸਿੱਧਾ ਹੀ ਟਾਈਟਲ ਦਾ ਕੱਟ ਜਾਂਦਾ। ਸੋ 5 ਚੋਂ 5 ਸਕੋਰ ਕਰਨ ਦੀ ਬਜਾਏ 5 ਚੋਂ 3 ਹੀ ਰਹਿ ਗਏ। 3 ਵੀ ਅਗਰ ਤੁਸੀਂ ਇੰਪੋਰਟੈਂਟ ਪੁਆਇੰਟ ਛੱਡਦੇ ਤਾਂ 2 ਨੰਬਰ ਤੱਕ ਇਹ ਸਿਮਟ ਜੂਗਾ। ਇਸੇ ਤਰੀਕੇ ਨਾਲ ਸਾਡੀ ਛੋਟੀ ਛੋਟੀ ਗਲਤੀ ਨਾਲ ਹੀ ਮਾਰਕਸ ਘਟਦੇ ਆ ਸਾਡੇ ਪੇਪਰ 'ਚ। ਤਾਂ ਤੁਸੀਂ ਸਭ ਤੋਂ ਪਹਿਲਾਂ ਉਸ ਦਾ ਟਾਈਟਲ ਹੀ ਲੱਭ ਕੇ ਲਿਖੋ ਤਾਂ ਕਿ ਤੁਹਾਡੇ 1.5-2 ਨੰਬਰ ਪੱਕੇ ਹੋ ਜਾਣ। ਨਾਓ ਵੀ ਹੈਵ ਐਨ ਐਗਜ਼ਾਮਪਲ ਆਫ ਦ ਪ੍ਰੈਸੀ। ਸਾਨੂੰ ਇੱਕ ਪੈਰਾ ਦਿੱਤਾ ਗਿਆ, ਅਸੀਂ ਉਸ ਪੈਰੇ ਨੂੰ ਸਮਝ ਕੇ ਹੁਣ ਉਸ ਦੀ ਪ੍ਰੈਸੀ ਕਰਨੀ ਹੈ। ਆਈ ਵਿਲ ਐਕਸਪਲੇਨ ਦ ਪੈਰਾਗ੍ਰਾਫ ਟੂ ਯੂ। ਕਿਵੇਂ ਪੜ੍ਹਨਾ ਹੈ ਪੇਪਰ 'ਚ, ਕਿਵੇਂ ਸਮਝਣਾ ਹੈ। ਪੂਰੇ ਆਪਣੇ ਠੰਡੇ ਮਨ ਨਾਲ ਆਰਾਮ ਨਾਲ ਉਸ ਦੀ ਰੀਡਿੰਗ ਕਰੋ, ਆਪਣਾ ਧਿਆਨ ਆਸੇ ਪਾਸੇ ਤੋਂ ਹਟਾ ਲਓ। ਪੀਪਲ ਇਨ ਦਿਸ ਮਾਡਰਨ ਮਟੀਰੀਅਲਿਸਟਿਕ ਵਰਲਡ ਆਰ prone to suffer from stress, emotional imbalance, anxiety, frustration and anger। ਤਾਂ ਬੱਚੇ ਸਭ ਤੋਂ ਪਹਿਲੀ ਲਾਈਨ 'ਚ ਹੀ ਸਾਨੂੰ ਪਤਾ ਲੱਗ ਗਿਆ ਕਿ ਇਹ ਅੱਜ ਦੇ ਮਨੁੱਖ ਦੀ ਗੱਲ ਹੋ ਰਹੀ ਹੈ ਅਤੇ ਉਸ ਦੀ ਮਾਨਸਿਕ ਸਿਹਤ ਦੀ ਗੱਲ ਹੋ ਰਹੀ ਹੈ। ਸੋ ਅੱਜ ਦੇ ਆਧੁਨਿਕ ਸੰਸਾਰ ਦੇ ਵਿੱਚ, ਮਾਡਰਨ ਮਤਲਬ ਆਧੁਨਿਕ, ਮਟੀਰੀਅਲਿਸਟਿਕ ਮਤਲਬ ਪਦਾਰਥਵਾਦੀ, ਜਿਹੜਾ ਪਦਾਰਥਾਂ ਦੇ ਪਿੱਛੇ ਭੱਜਿਆ ਫਿਰਦਾ, ਪੈਸਾ, ਕਾਰ, ਵੱਡੇ ਵੱਡੇ ਲਗਜ਼ਰੀ ਹੋਮਸ, ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਇਨਸਾਨ ਨੂੰ ਪ੍ਰੋਨ ਟੂ ਦਾ ਮਤਲਬ ਹੁੰਦਾ ਜਦੋਂ ਬਹੁਤ ਇਸ ਚੀਜ਼ ਦੀ ਸੰਭਾਵਨਾ ਵੱਧ ਜਾਵੇ। ਕਿਸ ਚੀਜ਼ ਦੀ ਸੰਭਾਵਨਾ ਵੱਧ ਜਾਂਦੀ ਹੈ ਕਿ ਸਾਨੂੰ ਸਟਰੈਸ ਹੋ ਜਾਏ। ਆਧੁਨਿਕ ਮਨੁੱਖ ਨੂੰ ਕੀ ਹੋ ਜਾਏ? ਤਣਾਅ ਹੋ ਜਾਏ। ਇਮੋਸ਼ਨਲ ਇੰਬੈਲੈਂਸ ਸਾਡੇ ਅੰਦਰ ਹੈ ਜਿਹੜਾ, ਉਹ ਭਾਵਨਾਤਮਕ ਇੰਬੈਲੈਂਸ ਕ੍ਰੀਏਟ ਹੋ ਜਾਏ, ਭਾਵਨਾਤਮਕ ਸੰਤੁਲਨ ਖਰਾਬ ਹੋ ਜਾਏ। ਐਨਜ਼ਾਈਟੀ, ਐਨਜ਼ਾਈਟੀ ਮਤਲਬ ਚਿੰਤਾ। ਫਰਸਟ੍ਰੇਸ਼ਨ, ਫਰਸਟ੍ਰੇਸ਼ਨ ਹੁੰਦਾ ਇੱਕ ਜਦੋਂ ਸਾਡੇ ਅੰਦਰ ਗੁੱਸਾ ਦੱਬਿਆ ਜਾਂਦਾ ਹੈ। ਐਂਡ ਐਂਗਰ, ਐਂਗਰ ਮਤਲਬ ਗੁੱਸਾ। ਇਟ ਲੀਡਸ ਟੂ ਮੈਨੀ ਫਿਜ਼ੀਕਲ ਏਲਮੈਂਟਸ, ਡਿਸਟਰਬਡ ਰਿਲੇਸ਼ਨਸ਼ਿਪਸ ਐਂਡ ਰੋਡ ਰੇਜ। ਇਸ ਦੇ ਨਾਲ ਨਤੀਜਾ ਕੀ ਹੁੰਦਾ? ਜਦੋਂ ਹਰ ਇਨਸਾਨ ਦੇ ਅੰਦਰ ਇੰਨਾ ਗੁੱਸਾ ਹੈ ਅਤੇ ਉਸ ਦੀਆਂ ਭਾਵਨਾਵਾਂ ਨੇ ਜਿਹੜੀਆਂ, ਉਹਨਾਂ 'ਚ ਸੰਤੁਲਨ ਖਤਮ ਹੋ ਗਿਆ, ਤਾਂ ਉਸ ਦੇ ਨਾਲ ਕੀ ਹੁੰਦਾ? ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਹੁੰਦੀਆਂ ਹਨ। ਸਾਡੇ ਰਿਸ਼ਤੇ ਖਰਾਬ ਹੋ ਜਾਂਦੇ ਹਨ, ਕਿਉਂਕਿ ਜਦੋਂ ਅਸੀਂ ਚਿੜੇ ਰਹਾਂਗੇ, ਲੜਾਂਗੇ ਤਾਂ ਰਿਸ਼ਤੇ ਖਰਾਬ ਹੋਣਗੇ ਹੀ। ਔਰ ਰੋਡ ਰੇਜ ਅੱਜ ਕੱਲ੍ਹ ਹੋਣ ਵਾਲੀ ਇੱਕ ਐਕਟੀਵਿਟੀ ਹੈ ਜੋ ਪੁਰਾਣੇ ਸਮੇਂ 'ਚ ਨਹੀਂ ਹੁੰਦੀ ਸੀ। ਕਿਸੇ ਵੀ ਇੱਕ ਇਨਸਾਨ ਨੂੰ ਲੋਕ ਮਿਲ ਕੇ ਇਕੱਠੇ ਹੋ ਕੇ ਮਾਰ ਦਿੰਦੇ ਆ ਛੋਟੀ ਜਿਹੀ ਗੱਲ 'ਤੇ। ਮੰਨ ਲਓ ਕਿਸੇ ਨੇ ਚੋਰੀ ਕੀਤੀ ਜਾਂ ਕਿਸੇ 'ਤੇ ਕੋਈ ਗੁੱਸਾ, ਤਾਂ ਉਹਨੂੰ ਭੀੜ ਮਾਰ ਦਿੰਦੀ ਹੈ। ਇਹ ਇੰਨਾ ਗੁੱਸਾ ਭੀੜ 'ਚ ਕਿੱਥੋਂ ਆਉਂਦਾ? ਜਦੋਂ ਉਸ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਖਰਾਬ ਹੁੰਦੀਆਂ ਨੇ। ਮੈਨੀ ਬ੍ਰੋਕਨ ਹੋਮਸ, ਐਕਸੀਡੈਂਟਸ ਐਂਡ ਸੁਸਾਈਡਸ ਆਰ ਡਿਊ ਟੂ ਮੈਂਟਲ ਟਰਮੋਇਲ। ਤੁਸੀਂ ਆਪਣੇ ਆਸੇ ਪਾਸੇ ਵੀ ਦੇਖਦੇ ਹੋ, ਤਲਾਕ ਬਹੁਤ ਹੁੰਦੇ ਨੇ, ਘਰ ਟੁੱਟ ਜਾਂਦੇ ਨੇ, ਬੱਚਿਆਂ ਦੀ ਮਾਤਾ ਪਿਤਾ ਨਾਲ ਲੜਾਈ ਹੁੰਦੀ ਹੈ, ਐਕਸੀਡੈਂਟਸ ਹੁੰਦੇ ਨੇ। ਐਕਸੀਡੈਂਟ ਹਮੇਸ਼ਾ ਹੀ ਅਸ਼ਾਂਤ ਮਨ ਕਰਕੇ ਹੁੰਦਾ। ਜਾਂ ਫਿਰ ਸੁਸਾਈਡ, ਸੁਸਾਈਡ ਹੁੰਦਾ ਖੁਦਕੁਸ਼ੀਆਂ। ਜਿੰਨੀਆਂ ਖੁਦਕੁਸ਼ੀਆਂ ਅੱਜ ਹੁੰਦੀਆਂ ਨੇ ਪੁਰਾਣੇ ਸਮਿਆਂ 'ਚ ਨਹੀਂ ਹੁੰਦੀਆਂ ਸੀ, ਜਦੋਂ ਕਿ ਲੋਕ ਪਹਿਲਾਂ ਜ਼ਿਆਦਾ ਗਰੀਬ ਅਤੇ ਦੁਖੀ ਸੀ। ਦ ਓਨਲੀ ਪੈਨੇਸ਼ੀਆ ਫॉर ਦਿਸ ਇਜ਼ ਮੈਡੀਟੇਸ਼ਨ। ਤਾਂ ਇਸ ਸਾਰੇ ਦਾ
ਇੱਕੋ ਇੱਕ ਹੱਲ ਕੀ ਹੈ? ਮੈਡੀਟੇਸ਼ਨ ਦਾ ਮਤਲਬ ਹੁੰਦਾ ਹੈ ਆਪਣੇ ਮਨ ਨੂੰ ਸ਼ਾਂਤ ਕਰਕੇ ਚੁੱਪ ਕਰਕੇ ਬੈਠਣਾ ਅਤੇ ਆਰਾਮ ਨਾਲ ਮੁਸੀਬਤਾਂ ਦਾ ਹੱਲ ਲੱਭਣਾ। A simple description of meditation is to sit silently with closed eyes and focusing on breathing. ਤਾਂ ਮੈਡੀਟੇਸ਼ਨ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ? ਇੱਕ ਪਾਸੇ ਸ਼ਾਂਤੀ 'ਚ ਚੁੱਪਚਾਪ ਅੱਖਾਂ ਬੰਦ ਕਰਕੇ ਬੈਠੋ ਅਤੇ ਫਿਰ ਆਪਣੇ ਸਾਹ 'ਤੇ ਧਿਆਨ ਲਾ ਲਓ। ਇਟ ਮੇ ਔਰ ਮੇ ਨਾਟ ਬੀ ਅਕੰਪਨੀਡ ਬਾਈ ਮਿਊਜ਼ਿਕ। ਤੁਸੀਂ ਖਾਸ ਕੋਈ ਰਿਲੈਕਸਿੰਗ ਮਿਊਜ਼ਿਕ ਵੀ ਇਹਦੇ ਨਾਲ ਲਾ ਸਕਦੇ ਹੋ। ਮੈਡੀਟੇਸ਼ਨ ਲਈ ਬਹੁਤ ਸਾਰੇ ਮਿਊਜ਼ਿਕ ਨੇ ਜਿਹੜੇ ਔਨਲਾਈਨ ਅਵੇਲੇਬਲ ਨੇ, ਯੂਟਿਊਬ ਤੁਸੀਂ ਸਾਰੇ ਚਲਾ ਸਕਦੇ ਹੋ, ਉਹਦਾ ਇਸਤੇਮਾਲ ਹੋ ਸਕਦਾ ਹੈ। It helps one to connect with deep inner self and raises the level of consciousness. ਇਸ ਦੇ ਨਾਲ ਤੁਸੀਂ ਆਪਣੇ ਅੰਤਰ ਮਨ ਨਾਲ ਡੂੰਘੇ ਜੁੜ ਜਾਓਗੇ। ਇਸ ਦੇ ਨਾਲ ਹੁੰਦਾ ਕੀ ਹੈ ਕਿ ਤੁਹਾਡੀ ਸਤਰਕਤਾ ਵੱਧਦੀ ਹੈ, ਤੁਹਾਡਾ ਜਿਹੜਾ ਚਿੰਤਨ ਕਰਨ ਦੀ ਸ਼ਕਤੀ ਆ ਉਹ ਵੱਧਦੀ ਹੈ, ਤੁਹਾਡੀ ਮਾਨਸਿਕ ਸ਼ਮਤਾਵਾਂ ਵੱਧਦੀਆਂ ਨੇ। The first effort may not be perfect, but the regular practice one masters the technique. ਹੋ ਸਕਦਾ ਹੈ ਤੁਹਾਡੇ ਪਹਿਲੇ ਐਫਰਟ ਦਾ, ਪਹਿਲੀ ਕੋਸ਼ਿਸ਼ ਦਾ ਤੁਹਾਨੂੰ ਕੋਈ ਖਾਸ ਫਾਇਦਾ ਨਾ ਮਿਲੇ, ਲੇਕਿਨ ਜੇ ਤੁਸੀਂ ਕੁਝ ਦਿਨ ਇਸ ਤਕਨੀਕ ਦਾ ਇਸਤੇਮਾਲ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਖੁਦ 'ਚ ਫ਼ਰਕ ਦੇਖਣ ਨੂੰ ਮਿਲੇਗਾ। ਦੈਨ ਦ ਰਿਜ਼ਲਟ ਸਟਾਰਟ ਅਨਫੋਲਡਿੰਗ। ਨਤੀਜੇ ਦਿਖਣੇ ਸ਼ੁਰੂ ਹੋ ਜਾਣਗੇ। ਇਟ ਲੀਡਸ ਟੂ ਪੀਸ ਆਫ ਮਾਈਂਡ, ਬੈਟਰ ਕੰਸਨਟ੍ਰੇਸ਼ਨ, ਕਲੈਰਿਟੀ ਆਫ ਥਾਟ ਐਂਡ ਕੰਪਲੀਟ ਰਿਲੈਕਸੇਸ਼ਨ। ਇਸ ਦੇ ਨਾਲ ਤੁਹਾਨੂੰ ਬਹੁਤ ਹੀ ਮਾਨਸਿਕ ਸ਼ਾਂਤੀ ਮਿਲੇਗੀ, ਤੁਹਾਡੀ ਇਕਾਗਰ ਚਿੱਤ ਹੋਣ ਦੀ ਸ਼ਕਤੀ ਵੱਧ ਜਾਏਗੀ ਅਤੇ ਤੁਸੀਂ ਆਪਣੇ ਵਿਚਾਰਾਂ ਦੇ ਵਿੱਚ ਕਲੈਰਿਟੀ, ਬਿਲਕੁਲ ਸਾਫ਼ ਸੋਚ ਸਮਝ ਮਹਿਸੂਸ ਕਰੋਗੇ ਅਤੇ ਤੁਹਾਡਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਜਾਏਗਾ, ਰਿਲੈਕਸ ਹੋ ਜਾਏਗਾ। The situations do not change, but it changes our reactions and attitude to these. ਮੈਡੀਟੇਸ਼ਨ ਕਰਨ ਨਾਲ ਕੀ ਫ਼ਰਕ ਪੈਂਦਾ? ਸਥਿਤੀਆਂ ਨਹੀਂ ਬਦਲਦੀਆਂ, ਸਥਿਤੀਆਂ ਤਾਂ ਉਵੇਂ ਹੀ ਰਹਿੰਦੀਆਂ ਨੇ, ਲੇਕਿਨ ਸਾਡਾ ਉਹਨਾਂ ਸਥਿਤੀਆਂ ਦੇ ਪ੍ਰਤੀ ਜੋ ਇੱਕ ਰਿਐਕਟ ਕਰਨ ਦਾ ਤਰੀਕਾ ਹੁੰਦਾ ਉਹ ਰਿਸਪੌਂਸ 'ਚ ਬਦਲ ਜਾਂਦਾ। ਇੱਕ ਤਾਂ ਹੁੰਦਾ ਕਿ ਅਸੀਂ ਸਥਿਤੀ ਨੂੰ ਰਿਐਕਟ ਕਰਤਾ, ਫਟਾਫਟ ਗੁੱਸਾ ਕਰਤਾ, ਐਂਗਰ ਦਿਖਾਤਾ ਜਾਂ ਫਰਸਟ੍ਰੇਸ਼ਨ ਸ਼ੋਅ ਕਰਤੀ। ਇੱਕ ਹੁੰਦਾ ਬੜੀ ਸ਼ਾਂਤੀ ਨਾਲ ਉਸ ਮੁਸੀਬਤ ਦਾ ਹੱਲ ਲੱਭਣਾ, ਇਹ ਹੁੰਦਾ ਰਿਸਪੌਂਸ। ਸੋ ਇਸ ਤਰ੍ਹਾਂ ਸਾਡਾ ਨਜ਼ਰੀਆ ਜਿਹੜਾ ਸਥਿਤੀਆਂ ਦੇ ਪ੍ਰਤੀ ਸ਼ਾਂਤ ਹੋ ਜਾਂਦਾ। One learns to be calm and grounded in all circumstances and surrender to divine. ਇੱਕ ਇਨਸਾਨ ਸਾਰੇ ਹਾਲਾਤਾਂ ਦੇ ਵਿੱਚ ਸ਼ਾਂਤ ਰਹਿਣਾ ਸਿੱਖ ਜਾਂਦਾ ਅਤੇ ਉਹ ਕੁਦਰਤ ਦੇ ਨਾਲ ਜਾਂ ਪਰਮਾਤਮਾ ਜਿਸ ਨੂੰ ਆਪਾਂ ਕਹਿ ਦਈਏ ਉਸ ਦੇ ਨਾਲ ਮਿਲ ਕੇ ਉਸ ਦੀ ਰਜ਼ਾ ਦੇ ਵਿੱਚ ਚੱਲਣ ਦਾ ਆਦੀ ਹੋ ਜਾਂਦਾ। Gratitude takes the complaints and love replaces resentment. ਜਿਹੜੇ ਸਾਡੀ ਇੱਕ ਸ਼ਿਕਾਇਤ ਕਰਨ ਦੀ ਸ਼ਕਤੀ ਹੁੰਦੀ ਹੈ, ਮਤਲਬ ਹਰ ਇਨਸਾਨ ਨੂੰ ਸ਼ਿਕਾਇਤ ਕਰਨ ਦੀ ਆਦਤ ਹੁੰਦੀ ਹੈ, ਮੇਰੇ ਨਾਲ ਇਹ ਹੋ ਗਿਆ, ਉਹ ਖਤਮ ਹੋ ਜਾਂਦੀ ਹੈ ਅਤੇ ਉਸ ਦਾ ਸਥਾਨ ਕੌਣ ਲੈ ਲੈਂਦਾ? ਗ੍ਰੇਟੀਟਿਊਡ, ਮਤਲਬ ਸ਼ੁਕਰਾਨਾ। ਐਂਡ ਲਵ ਰਿਪਲੇਸਿਸ ਰਿਸੈਂਟਮੈਂਟਸ। ਇੱਕ ਦੂਸਰੇ ਨੂੰ ਤਾਨੇ ਮਾਰਨਾ ਜਾਂ ਇੱਕ ਦੂਸਰੇ ਦੇ ਪ੍ਰਤੀ ਗੁੱਸਾ ਮਨ 'ਚ ਰੱਖਣਾ, ਉਸ ਦੀ ਥਾਂ ਇਨਸਾਨ ਦੇ ਮਨ 'ਚ ਕੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ? ਪਿਆਰ। ਅਸੀਂ ਆਪਣੇ ਮਾਤਾ ਪਿਤਾ ਲਈ, ਭੈਣ ਭਰਾਵਾਂ ਲਈ, ਰਿਸ਼ਤੇਦਾਰਾਂ ਲਈ, ਆਲੇ ਦੁਆਲੇ ਲਈ ਬਹੁਤ ਹੀ ਵਧੀਆ ਪਿਆਰ ਅਤੇ ਚੰਗਾ ਮਹਿਸੂਸ ਕਰਦੇ ਹਾਂ। ਇਟ ਇਜ਼ ਦੈਨ ਦੈਟ ਸਰਕਮਸਟਾਂਸਿਸ ਬਿਗਿਨ ਟੂ ਚੇਂਜ। ਜਦੋਂ ਹੀ ਸਾਡਾ ਮਨ ਬਦਲਦਾ ਹੈ ਤਾਂ ਹਾਲਾਤ ਵੀ ਬਦਲਦੇ ਹਨ। ਉਹੀ ਭੈਣ ਭਰਾ, ਉਹੀ ਪਰਿਵਾਰ ਜਿਨ੍ਹਾਂ ਨੂੰ ਅਸੀਂ ਤਾਨੇ ਮਾਰਦੇ ਸੀ, ਫਿਰ ਉਹ ਸਾਡੇ ਨਾਲ ਲੜਦੇ ਸੀ, ਹੁਣ ਜਦੋਂ ਅਸੀਂ ਆਪਣੇ ਵੱਲੋਂ ਲਵ ਰੇਡੀਏਟ ਕਰਾਂਗੇ, ਸਾਡੇ ਵੱਲੋਂ ਉਹਨਾਂ ਲਈ ਹਮੇਸ਼ਾ ਚੰਗਾ ਹੀ ਭਾਵ ਜਾਏਗਾ, ਤਾਂ ਉਹਨਾਂ ਦਾ ਵੀ ਸਾਡੇ ਪ੍ਰਤੀ ਸੁਹਿਰਦਤਾ ਵੱਧ ਜਾਏਗੀ। ਸੋ ਸਾਡੇ ਬਦਲਣ ਨਾਲ ਕੀ ਬਦਲ ਗਿਆ? ਹਾਲਾਤ। ਲਾਈਫ ਇਜ਼ ਅ ਬਿਊਟੀਫੁਲ ਗਿਫਟ ਆਫ ਗੋਡ, ਬਟ ਵਨ ਬਿਕਮਸ ਥੈਂਕਫੁਲ ਫॉर ਇਟ ਓਨਲੀ ਆਫਟਰ ਪ੍ਰੈਕਟਿਸਿੰਗ ਮੈਡੀਟੇਸ਼ਨ। ਜ਼ਿੰਦਗੀ ਹੈ ਜਿਹੜੀ ਪਰਮਾਤਮਾ ਦਾ ਖੂਬਸੂਰਤ ਤੋਹਫਾ ਹੈ ਅਤੇ ਇਸ ਦਾ ਸਭ ਤੋਂ ਵਧੀਆ ਤਰੀਕਾ ਮੈਡੀਟੇਸ਼ਨ ਇਹੀ ਹੈ ਕਿ ਅਸੀਂ ਜ਼ਿੰਦਗੀ ਦੇ ਪ੍ਰਤੀ ਸ਼ੁਕਰਗੁਜ਼ਾਰ ਹੋ ਜਾਂਦੇ ਹਾਂ। ਦ ਰਿਜ਼ਲਟ ਇਜ਼ ਕਾਮ ਐਂਡ ਸੀਰੀਨ ਇੰਡੀਵਿਜੂਅਲ। ਤਾਂ ਇਸ ਦਾ ਨਤੀਜਾ ਕੀ ਹੁੰਦਾ ਕਿ ਅਸੀਂ ਇੱਕ ਬਿਲਕੁਲ ਹੀ ਕਾਮ, ਸ਼ਾਂਤ ਅਤੇ ਸੀਰੀਨ, ਬਿਲਕੁਲ ਆਰਾਮ ਨਾਲ ਆਪਣੀ ਗੱਲ ਕਰਨ ਵਾਲਾ ਇਨਸਾਨ ਬਣ ਜਾਂਦੇ ਹਾਂ। ਡੀਅਰ ਸਟੂਡੈਂਟਸ, ਥੀਸ ਆਰ 194 ਵਰਡਸ। ਹੁਣ ਤੁਸੀਂ 194 ਨੂੰ 3 ਨਾਲ ਡਿਵਾਈਡ ਕਰ ਦਿਓ ਅਤੇ ਇਸ ਪ੍ਰੈਸੀ ਨੂੰ ਓਨੇ ਹੀ ਸ਼ਬਦਾਂ ਦੇ ਵਿੱਚ ਅਸੀਂ ਸਮੇਟ ਦੇਣਾ ਹੈ। ਦੇਖੋ ਹੁਣ ਅਸੀਂ ਧਿਆਨ ਨਾਲ ਦੇਖਦੇ ਹਾਂ ਇਸ ਪੈਰਾਗ੍ਰਾਫ ਨੂੰ ਦੁਬਾਰਾ। ਤੁਸੀਂ ਇਸ ਦੇ ਸਾਰੇ ਇੰਪੋਰਟੈਂਟ ਵਰਡ ਸਮਝ ਲਏ। ਤਾਂ ਮਾਡਰਨ ਮਟੀਰੀਅਲਿਸਟਿਕ ਵਰਡ ਦੇ ਲਈ
ਬਹੁਤ ਸਾਰੇ ਸ਼ਬਦ ਨੇ ਜਿਹੜੇ ਐਗਜ਼ਾਮਪਲ ਦੇ ਰੂਪ 'ਚ ਦਿੱਤੇ ਗਏ ਨੇ, ਅਸੀਂ ਇਹਨਾਂ ਨੂੰ ਇੱਕ ਸ਼ਬਦ 'ਚ ਸਮੇਟ ਸਕਦੇ ਹਾਂ। ਸਟ੍ਰੈਸ, ਇਮੋਸ਼ਨਲ ਬੈਲੈਂਸ, ਐਂਜ਼ਾਈਟੀ, ਫਰਸਟ੍ਰੇਸ਼ਨ, ਐਂਗਰ। ਇਹ ਕੀ ਹੈ? ਪੂਅਰ ਮੈਂਟਲ ਹੈਲਥ। ਇਹ ਖਰਾਬ ਮਾਨਸਿਕ ਸਿਹਤ ਦੀਆਂ ਨਿਸ਼ਾਨੀਆਂ ਨੇ। ਸੋ ਉਦਾਹਰਨਾਂ ਨੇ, ਇਹਨਾਂ ਨੂੰ ਅਸੀਂ ਛੱਡ ਸਕਦੇ ਹਾਂ। ਫਿਰ ਉਸ ਤੋਂ ਅੱਗੇ ਬਹੁਤ ਸਾਰੀਆਂ ਚੀਜ਼ਾਂ ਲਿਖੀਆਂ ਹੋਈਆਂ। ਫਿਜ਼ੀਕਲ ਏਲਿਮੈਂਟ, ਡਿਸਟਰਬਡ ਰਿਲੇਸ਼ਨਸ਼ਿਪ ਐਂਡ ਰੋਡ ਰੇਜ। ਇਹ ਕੀ ਹੈ? ਡਿਸਟਰਬਡ ਲਾਈਫ। ਇਹਨੂੰ ਅਸੀਂ ਇੱਕ ਸ਼ਬਦ ਨਾਲ ਰਿਪਲੇਸ ਕਰ ਸਕਦੇ ਹਾਂ ਕਿ ਪਰੇਸ਼ਾਨ ਜ਼ਿੰਦਗੀ। ਫਿਰ ਉਸ ਤੋਂ ਅੱਗੇ ਫਿਰ ਐਗਜ਼ਾਮਪਲਸ ਦਿੱਤੀਆਂ ਹੋਈਆਂ, ਬ੍ਰੋਕਨ ਹੋਮਸ, ਐਕਸੀਡੈਂਟ, ਸੁਸਾਈਡ। ਸੋ ਇਸ ਨੂੰ ਅਸੀਂ ਮਤਲਬ ਥੋੜ੍ਹੇ ਸ਼ਬਦਾਂ 'ਚ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਨੂੰ ਮੈਡੀਟੇਸ਼ਨ ਬਾਰੇ ਸਾਰਾ ਕੁਝ, ਬਹੁਤ ਕੁਝ ਦੱਸਿਆ ਗਿਆ। ਇਹਦੇ ਵਿੱਚੋਂ ਜਿਹੜੀ ਜਿਹੜੀ ਜ਼ਰੂਰੀ ਚੀਜ਼ ਲੱਗਦੀ ਹੈ ਉਹਨੂੰ ਅਸੀਂ ਰੱਖ ਲਾਂਗੇ, ਜੇ ਕੁਝ ਰਿਪੀਟ ਹੋ ਰਿਹਾ ਉਹਨੂੰ ਅਸੀਂ ਛੱਡ ਦਾਂਗੇ। ਔਰ ਫਿਰ ਆਪਾਂ ਇਹ ਦੱਸਾਂਗੇ ਕਿ ਇਹ ਜੋ ਮੈਡੀਟੇਸ਼ਨ ਹੈ ਇਹ ਕਿਵੇਂ ਅੱਗੇ ਅੱਗੇ ਫਾਇਦਾ ਕਰਦੀ ਹੈ, ਜਾਂ ਇਸ ਦੇ ਕੀ ਕੀ ਫਾਇਦੇ ਸਾਨੂੰ ਦੇਖਣ ਨੂੰ ਮਿਲਦੇ ਹਨ, ਉਹ ਬਰੀਫਲੀ ਲਿਖ ਦਾਂਗੇ। ਲੈਟਸ ਸੀ what is the answer given by this slide। ਸੋ ਸਭ ਤੋਂ ਪਹਿਲੇ ਸਲਾਈਡ ਨੇ ਸਾਨੂੰ ਕੀ ਦੱਸਿਆ ਕਿ ਟਾਈਟਲ ਕੀ ਬਣਾਉਣਾ ਹੈ ਇਸ ਦਾ। ਟਾਈਟਲ ਸਭ ਤੋਂ ਵਧੀਆ ਇਹੀ ਬਣਦਾ ਹੈ, ਐਡਵਾਂਟੇਜਸ ਆਫ ਮੈਡੀਟੇਸ਼ਨ। ਕਿਉਂਕਿ ਕੱਲ੍ਹ ਵੀ ਮੈਂ ਤੁਹਾਨੂੰ ਦੱਸਿਆ ਸੀ ਟਾਈਟਲ ਇਹੋ ਜਿਹਾ ਹੋਣਾ ਚਾਹੀਦਾ ਜਿੱਥੋਂ ਸਾਨੂੰ ਇਹ ਪਤਾ ਲੱਗੇ ਕਿ ਇਹ 'ਚ ਸਾਨੂੰ ਕੀ ਪਤਾ ਲੱਗੂਗਾ ਪੈਰੇ 'ਚ। ਸੋ ਇਸ ਪੈਰੇ 'ਚ ਸਾਨੂੰ ਕੀ ਪਤਾ ਲੱਗ ਰਿਹਾ ਕਿ ਅਗਰ ਤੁਸੀਂ ਬੈਠ ਕੇ ਇਕਾਗਰ ਮਨ ਨਾਲ ਮੈਡੀਟੇਸ਼ਨ ਕਰਦੇ ਹੋ ਉਸਦੇ ਕੀ ਫਾਇਦੇ। ਓਕੇ, ਫਿਰ ਅਸੀਂ ਮੈਡੀਟੇਸ਼ਨ ਬਾਰੇ ਦੱਸਤਾ। ਸ਼ੁਰੂ ਵਾਲੀਆਂ ਜਿੰਨੀਆਂ ਐਗਜ਼ਾਮਪਲਸ ਮੈਂ ਤੁਹਾਨੂੰ ਦੱਸੀਆਂ ਸੀ ਸਾਰੀਆਂ ਕੱਟਤੀਆਂ ਆਪਾਂ ਸਿੱਧੀ ਗੱਲ ਹੀ ਸ਼ੁਰੂ ਇੱਥੋਂ ਕੀਤੀ ਹੈ ਕਿ ਮੈਡੀਟੇਸ਼ਨ ਕੀ ਹੁੰਦੀ ਹੈ। ਆਪਣੇ ਸਾਹ 'ਤੇ ਧਿਆਨ ਲਾਉਣਾ, ਆਪਣੇ ਅੰਤਰ ਮਨ ਨਾਲ ਜੁੜਨਾ। ਫਿਰ ਅਸੀਂ ਦੱਸ ਰਹੇ ਹਾਂ ਕਿ ਇਸ ਮੈਡੀਟੇਸ਼ਨ ਨਾਲ ਸਾਨੂੰ ਕੀ ਮਿਲਦਾ ਹੈ। ਸ਼ਾਂਤ ਮਨ ਮਿਲਦਾ ਹੈ ਅਤੇ ਅਸੀਂ ਚਿੰਤਾ ਤਣਾਅ ਤੋਂ ਮੁਕਤ ਹੋ ਜਾਂਦੇ ਹਾਂ। ਫਿਰ ਅਸੀਂ ਸਾਰੀਆਂ ਪ੍ਰੋਬਲਮਸ ਨਹੀਂ ਲਿਖੀਆਂ, ਜਿੰਨੀਆਂ ਪ੍ਰੋਬਲਮਸ ਉੱਥੇ ਸੀ ਉਹਨਾਂ ਨੂੰ ਅਸੀਂ ਕੀ ਕਹਤਾ, ਮੈਨੀ ਪ੍ਰੋਬਲਮਸ। ਆਧੁਨਿਕ ਸੰਸਾਰ ਦੀਆਂ ਉਹ ਇਸ ਤਰ੍ਹਾਂ ਹੱਲ ਹੋ ਜਾਂਦੀਆਂ ਹਨ। ਫਿਰ ਅਸੀਂ ਉਸ ਦਾ ਫਾਇਦਾ 'ਤੇ ਆ ਗਏ। ਫਾਇਦਾ ਕੀ ਹੈ ਕਿ ਜਦੋਂ ਕੋਈ ਇਨਸਾਨ ਇਮੋਸ਼ਨਲੀ ਸਟੇਬਲ ਹੋ ਜਾਂਦਾ ਤਾਂ ਉਸਦਾ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਬਿਲਕੁਲ ਸਹੀ ਹੋ ਜਾਂਦਾ ਹੈ। ਔਰ ਇੱਕ ਇੰਪੋਰਟੈਂਟ ਗੱਲ ਅਸੀਂ ਲਿਖ ਦਾਂਗੇ ਕਿ ਅਸੀਂ ਸ਼ਿਕਾਇਤਾਂ ਕਰਨ ਦੀ ਬਜਾਏ ਅਤੇ ਦੁਖੀ ਹੋਣ ਦੀ ਬਜਾਏ ਪਿਆਰ ਅਤੇ ਸ਼ੁਕਰਾਨਾ ਕਰਨ ਲੱਗਦੇ ਹਾਂ। ਔਰ ਲਾਸਟ ਚੀਜ਼ 'ਚ ਅਸੀਂ ਇਹ ਕਹਿ ਦਾਂਗੇ ਕਿ ਇਸ ਤਕਨੀਕ ਨੂੰ ਅਸੀਂ ਅਭਿਆਸ ਨਾਲ ਪਰਫੈਕਟ ਕਰ ਸਕਦੇ ਹਾਂ। ਸੋ ਅਸੀਂ ਉਹ ਸਾਰੇ ਸ਼ਬਦਾਂ ਨੂੰ ਕਿੰਨੇ ਸ਼ਬਦਾਂ ਵਿੱਚ ਖ਼ਤਮ ਕਰਤਾ? 65 ਸ਼ਬਦਾਂ ਵਿੱਚ ਖ਼ਤਮ ਕਰਤਾ। ਸੋ ਤੁਸੀਂ ਯਾਦ ਰੱਖਣਾ ਹੈ, ਓਪਰੈਸੀ ਇਜ਼ ਕਲੀਅਰ, ਬਰੀਫ, ਅਨਐਂਬੀਗੂਅਸ ਐਂਡ ਡਿਸਟਿੰਕਟ। ਇਹਦਾ ਮੀਨਿੰਗ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ। ਜਿਹੜੀ ਪ੍ਰੈਸੀ ਹੁੰਦੀ ਆ ਉਹ ਹਮੇਸ਼ਾ ਬਿਲਕੁਲ ਕਲੀਅਰ ਲਿਖੀ ਜਾਂਦੀ ਹੈ। ਦੇਖੋ ਆਪਾਂ ਸਾਰੀਆਂ ਉਦਾਹਰਨਾਂ ਛੱਡਤੀਆਂ, ਕਹਾਵਤਾਂ ਛੱਡਤੀਆਂ, ਤਾਂ ਉਹਦੇ ਵਿੱਚੋਂ ਬਸ ਜ਼ਰੂਰੀ ਇਨਫੋਰਮੇਸ਼ਨ ਹੀ ਲਿਖ ਰਹੇ ਹਾਂ। ਸਿੱਧੀ ਸਟੀਕ ਗੱਲ ਕੀਤੀ ਜਾਂਦੀ ਆ ਔਰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਗੱਲ ਦੇ ਵੀ ਦੋ ਅਰਥ ਨਾ ਨਿਕਲਣ। ਐਂਬੀਗੂਅਸ ਮੀਨਸ ਦੋ ਅਰਥੀ। ਸੋ ਦੋ ਅਰਥੀ ਨਾ ਹੋਵੇ, ਸਾਨੂੰ ਪਤਾ ਹੋਵੇ ਕਿ ਹਾਂ ਇਹ ਗੱਲ ਕਹਿ ਰਹੇ ਨੇ ਤਾਂ ਇਸ ਲਈ ਕਹਿ ਰਹੇ ਨੇ, ਔਰ ਬਿਲਕੁਲ ਸਟੀਕ ਹੋਵੇ। Dear students, today's slide has been prepared by Ms. Gurmeet Kaur, lecturer in English, Government Senior Secondary School, Maqsooda, Jalandhar, and vetted by Ms. Anurag Sidhu, lecturer in English, Government Senior Secondary School, Ramgarh, Pudda, SAS Nagar. Padho Punjab, Padhao Punjab, English Project. I hope you enjoyed the complete session. Thank you. Have a very nice day.